ਤੁਸੀਂ ਦੇਖ ਸਕਦੇ ਹੋ ਕਿ ਦੀਵਾਨ ਟੋਡਰਮਲ ਜੀ ਉਹ ਦੀਵਾਨ ਸਾਹਿਬ ਜਿਨ੍ਹਾਂ ਵੱਲੋਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਹਕੂਮਤ ਨੇ ਤਸੀਹੇ ਦੇ ਕੇ ਨੀਹਾਂ ਦੇ ਵਿੱਚ ਜਿਉਂਦੇ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸਰੀਰਾਂ ਨੂੰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁਗਲ ਹਕੂਮਤ ਤੋਂ ਜਗ੍ਹਾ ਲੈ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਪਹਿਲੀ ਵਾਰ ਮੈਂ ਆਇਆ ਇੱਥੇ ਸਰਹੰਦ ਸਾਹਿਬ ਵੇਖਿਆ, ਉੱਥੇ ਬਾਹਰ ਇੱਕ ਮੈਨੂੰ ਮੁੰਡਾ ਮਿਲਿਆ। ਮੈਂ ਕਿਹਾ ਭਾਜੀ ਇੱਥੇ ਹੋਰ ਕਿਹੜਾ ਕਿਹੜਾ ਗੁਰਦੁਆਰਾ ਹੈਗਾ? ਉਹ ਕਹਿੰਦੇ ਭਾਜੀ ਲਾਗੇ ਬੰਨਿਆ ਗੁਰਦੁਆਰੇ ਨੇ ਇੱਕ ਹਵੇਲੀ, ਕਹਿੰਦੇ ਜ਼ਰੂਰ ਦੇਖ ਕੇ ਆਏ। ਸ਼੍ਰੋਮਣੀ ਅਕਾਲੀ ਦਲ ਨੇ ਇੱਥੇ 1 ਕਰੋੜ 7 ਲੱਖ ਰੁਪਇਆ ਲਾਇਆ। 1 ਕਰੋੜ 7 ਲੱਖ ਲਾਇਆ, ਵਿਖਾਓ ਹਾਂ ਕਿੱਥੇ ਲਾਇਆ ਕਰੋੜ 7 ਲੱਖ ਰੁਪਏ। ਹੁਣ ਗਾੜੀਆਂ ਸਾਡੀਆਂ ਪੀੜ੍ਹੀਆਂ ਆਉਣਗੀਆਂ, ਸਾਡੀਆਂ ਪੀੜ੍ਹੀਆਂ ਮੈਨੂੰ ਲੱਗਦਾ ਆਉਣੀਆਂ ਹੀ ਨਹੀਂ ਆ। ਹੋਰ 2-4 ਸਾਲ ਉਹ ਜੇ ਡੇਪਾ ਨਹੀਂ ਸਾਨੂੰ ਵੇਖਣ ਨੂੰ ਨਹੀਂ ਮਿਲਣੀ ਇਹਦਾ। ਹਵੇਲੀ ਦੇ ਦਰਸ਼ਨ ਕਰਕੇ ਆਏ ਤੇ ਬਹੁਤ ਸਪੈਸ਼ਲ ਸੀ ਕਿ ਦਰਸ਼ਨ ਕਰਨ ਜਾਂਦੇ ਆ, ਪਰ ਇੱਥੇ ਆ ਕੇ ਮਨ ਖਰਾਬ ਹੋ ਗਿਆ। ਕੀ ਰਹਿ ਕੀ ਗਿਆ ਆ ਇੱਥੇ? ਸਰਕਾਰਾਂ ਬੜੇ ਵੱਡੇ ਦਾਅਵੇ ਕਰਦੀਆਂ, ਅਸੀਂ ਇੱਦਾਂ ਕੀਤਾ ਸੀ ਉੱਦਾਂ ਕੀਤਾ। ਜਿਹੜੀ ਚੀਜ਼ ਸਾਂਭਣ ਵਾਲੀ ਉਹਨਾਂ ਨੇ ਉਹ ਹੀ ਨਹੀਂ ਸਾਂਭੀ। ਮੈਂ ਇਹੀ ਵੇਖਦਾ ਆ ਰਿਹਾ ਕਿ ਕਦੀ ਕੰਮ ਸ਼ੁਰੂ ਹੋ ਜਾਂਦਾ ਹੈ, ਕਦੀ ਕੰਮ ਬੰਦ ਹੋ ਜਾਂਦਾ ਹੈ। ਸਮਝ ਨਹੀਂ ਆ ਰਹੀ ਵੀ ਇਸ ਹਵੇਲੀ ਨੂੰ ਇੰਪੋਰਟੈਂਸ ਇੰਨੀ ਪੂਰੀ ਕਿਉਂ ਨਹੀਂ ਦਿੱਤੀ ਜਾ ਰਹੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਟੀਵੀ ਤੇ ਮੈਂ ਰਜਿੰਦਰ ਭੱਟ। ਅੱਜ ਅਸੀਂ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ, ਜਿੱਥੇ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਆ, ਜੋ ਕਿ ਇਤਿਹਾਸ ਨਾਲ ਸਜੋਈ ਹੋਈ ਧਰਤੀ ਹੈ। ਤੇ ਇੱਥੇ ਵੱਖ-ਵੱਖ ਧਰਮਾਂ ਦੇ ਇਤਿਹਾਸਿਕ ਸਥਾਨ ਆ। ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਪਹੁੰਚੇ ਹਾਂ। ਅਸੀਂ ਅੱਜ ਜਿਹੜੀ ਜਹਾਜੀ ਹਵੇਲੀ ਦੀਵਾਨ ਟੋਡਰਮਲ ਦੀ ਜਹਾਜੀ ਹਵੇਲੀ ਵਿੱਚ ਪਹੁੰਚੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜੋ ਵਿਰਾਸਤ ਸਾਡਾ ਇਤਿਹਾਸ ਆ, ਪੁਰਾਤਨ ਚੀਜ਼ਾਂ ਨੇ ਉਹ ਖੰਡਰ ਦਾ ਰੂਪ ਧਾਰਨ ਕਰਦੇ ਜਾ ਰਹੇ, ਜਿਸ ਨੂੰ ਸਾਂਭਣ ਦੀ ਲੋੜ ਆ। ਤੁਸੀਂ ਦੇਖ ਸਕਦੇ ਹੋ ਕਿ ਦੀਵਾਨ ਟੋਡਰਮਲ ਜੀ ਉਹ ਦੀਵਾਨ ਸਾਹਿਬ ਜਿਨ੍ਹਾਂ ਵੱਲੋਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਹਕੂਮਤ ਨੇ ਤਸੀਹੇ ਦੇ ਕੇ ਨੀਹਾਂ ਦੇ ਵਿੱਚ ਜਿਉਂਦੇ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਦੀਵਾਨ ਟੋਡਰਮਲ ਜੀ ਨੇ ਉਹਨਾਂ ਦੇ ਜਿਹੜਾ ਕਿ ਸਰੀਰਾਂ ਨੂੰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁਗਲ ਹਕੂਮਤ ਤੋਂ ਜਗ੍ਹਾ ਲੈ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿ ਜਹਾਜੀ ਹਵੇਲੀ ਦੇ ਨਾਂ 'ਤੇ ਇਹ ਹਵੇਲੀ ਜਾਣੀ ਜਾਂਦੀ, ਜਿੱਥੇ ਕਿ ਦੀਵਾਨ ਟੋਡਰਮਲ ਜੀ ਦੀ ਰਿਹਾਇਸ਼ ਹੁੰਦੀ ਸੀ। ਤੇ ਇਹ ਉਹ ਹਵੇਲੀ ਹੈ ਜਿਹੜੀ ਕਿ ਖੰਡਰ ਦਾ ਰੂਪ ਧਾਰਨ ਕਰਦੀ ਹੈ। ਇਸ ਨੂੰ ਸਾਂਭਣ ਦੀ ਲੋੜ ਹੈ, ਤਾਂ ਹੀ ਸਾਡੇ ਨੌਜਵਾਨ ਅਤੇ ਨਵੀਂ ਪੀੜ੍ਹੀ ਨੂੰ ਸਾਡੇ ਇਤਿਹਾਸ ਨਾਲ ਜੋੜਿਆ ਜਾਵੇਗਾ। ਗੱਲਬਾਤ ਕਰਦੇ ਇੱਥੇ ਪਹੁੰਚੇ ਨੇ, ਸੰਗਤ ਪਹੁੰਚੀ ਆ, ਦਰਸ਼ਨ ਕਰਨ ਲਈ ਪਹੁੰਚੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕੀ ਨਾਮ ਹੈ ਜੀ? ਮੇਰਾ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਜੀ ਕਿੱਥੋਂ ਆਏ ਤੁਸੀਂ? ਮੈਂ ਅੰਮ੍ਰਿਤਸਰ ਤੋਂ ਆਇਆ ਜੀ। ਭਾਜੀ ਜੇ ਤੁਸੀਂ ਅੰਮ੍ਰਿਤਸਰ ਤੋਂ ਆਏ ਇੱਥੇ ਕੀ ਦੇਖਣ ਆਏ ਸੀ? ਕੀ ਦਰਸ਼ਨ ਕਰਨ ਆਏ ਕਿਤੇ? ਆਪਣਾ ਭਾਜੀ ਅਸੀਂ ਆਏ ਹਾਂ ਇੱਥੇ। ਪਹਿਲਾਂ ਤਾਂ ਛੋਟੇ ਸਾਹਿਬਜ਼ਾਦਿਆਂ ਦਾ ਕਹਿੰਦੇ ਨੀਹਾਂ ਚਣਵਾਇਆ ਗਿਆ। ਮੇਰੀ ਵੀ ਅੱਜ ਉਮਰ 24 ਸਾਲ ਹੋ ਗਈ ਆ ਤੇ ਮੈਂ ਪਹਿਲੀ ਵਾਰ ਇੱਥੇ ਆਇਆ। ਤੇ ਜਾਣੀ ਕਿ ਮੈਂ ਆਰਮੀ 'ਚ ਜੋਬ ਕਰਦਾ ਤੇ ਮੈਨੂੰ ਇਹੋ ਚਲੋ ਛੁੱਟੀ ਆਇਆ, ਚਲੋ ਹੋ ਕੇ ਆਉਣਾ। ਹਰ ਵਾਰੀ ਮੈਂ ਭਾਜੀ ਹੁਣੀ ਬਾਹਰ ਨੇ, ਇਹਨਾਂ ਨੂੰ ਮੈਂ ਇਹੋ ਕਹਿੰਦਾ ਹਾਂ ਭਾਜੀ ਜਦੋਂ ਆਪਾਂ ਗਏ ਆਪਾਂ ਹੋ ਕੇ ਆਉਣਾ। ਪਹਿਲੀ ਵਾਰ ਮੈਂ ਆਇਆ ਇੱਥੇ ਸਰਹੰਦ ਸਾਹਿਬ ਵੇਖਿਆ, ਉੱਥੇ ਬਾਹਰ ਇੱਕ ਮੈਨੂੰ ਮੁੰਡਾ ਮਿਲਿਆ। ਮੈਂ ਕਿਹਾ ਭਾਜੀ ਇੱਥੇ ਹੋਰ ਕਿਹੜਾ ਕਿਹੜਾ ਗੁਰਦੁਆਰਾ ਹੈਗਾ? ਉਹ ਕਹਿੰਦੇ ਭਾਜੀ ਲਾਗੇ ਬੰਨਿਆ ਗੁਰਦੁਆਰੇ ਨੇ ਇੱਕ ਹਵੇਲੀ, ਕਹਿੰਦੇ ਜ਼ਰੂਰ ਦੇਖ ਕੇ ਆਏ। ਮੈਂ ਠੀਕ ਆ ਭਾਜੀ। ਪਰ ਭਾਜੀ ਇੱਥੇ ਆਏ ਆ, ਮੱਥਾ ਟੇਕਿਆ ਵਾ, ਆਪਣਾ ਅੰਦਰ ਗਏ ਆ, ਮੱਥਾ ਟੇਕਿਆ ਤੇ ਇੱਥੋਂ ਦੇ ਜਿਹੜੇ ਜਥੇਦਾਰ ਬਾਬਾ ਜੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ 1 ਕਰੋੜ 7 ਲੱਖ ਰੁਪਇਆ ਲਾਇਆ। ਭਾਜੀ ਮੈਂ ਕਿਸੇ ਪਾਰਟੀ ਨੂੰ ਨਹੀਂ ਮਾੜਾ ਕਹਿ ਰਿਹਾ। ਵੇਖੋ ਵੋਟਾਂ ਹੋ ਗਈਆਂ, ਅੱਜ ਤਰੀਕ ਕਿੰਨੀ ਹੋ ਗਈ ਆ? 21 ਤਰੀਕ ਹੋ ਗਈ ਆ, ਵੋਟਾਂ ਕੱਲ੍ਹ ਦੀਆਂ ਹੋ ਗਈਆਂ। ਮੈਂ ਕਿਸੇ ਪਾਰਟੀ ਨੂੰ ਨਹੀਂ ਮਾੜਾ ਕਹਿ ਰਿਹਾ, ਮੈਂ ਇਹੋ ਬਸ ਕਹਿ ਰਿਹਾ 1 ਕਰੋੜ 7 ਲੱਖ ਰੁਪਇਆ ਲਾਇਆ। ਭਾਜੀ ਤੁਸੀਂ ਵੀ ਸਿਆਣੇ ਜੇ, ਅੱਜ ਕੱਲ੍ਹ ਦੇ ਸਮੇਂ ਵਿੱਚ 1 ਕਰੋੜ ਦੇ ਵਿੱਚ ਆਪਾਂ ਕੋਠੀ ਪਾ ਗਏ ਨਾ ਤੇ ਅੱਗੇ ਪਾਰਕ ਵੀ ਤਿਆਰ ਕਰ ਲੈਂਦੇ ਆ। ਤੇ 1 ਕਰੋੜ 7 ਲੱਖ ਲਾਇਆ, ਵਿਖਾਓ ਹਾਂ ਕਿੱਥੇ ਲਾਇਆ ਕਰੋੜ 7 ਲੱਖ ਰੁਪਈਆ? ਸੋਚਣ ਵਾਲੀ ਗੱਲ ਆ ਭਾਜੀ। ਮੰਨ ਲਓ ਮੈਂ ਮਕਾਨ ਪਾ ਗਿਆ ਹਾਂ, ਮੈਂ 20 ਲੱਖ ਰੁਪਏ ਦੇ ਵਿੱਚ ਲੈਂਟਰ ਖੜਾ ਕੀਤਾ, ਥੱਲੇ ਮੈਂ ਅੱਗੇ ਸੋਚਦਾ ਭਾਜੀ ਕਿੱਦਾਂ ਕੰਮ ਕਰਨਾ, ਕਿੱਦਾਂ ਇਹ ਕਹਿੰਦੇ 1 ਕਰੋੜ 7 ਲੱਖ ਲਾਇਆ, ਕਿੱਥੇ ਲੱਗਾ ਭਾਜੀ? ਕਿਤੇ ਦਿਖਦਾ ਤਾਂ ਨਹੀਂ 1 ਕਰੋੜ 7 ਲੱਖ ਲੱਗਾ। ਤੇ ਗਾੜੀ ਆਉਣ ਵਾਲੀਆਂ ਪੀੜ੍ਹੀਆਂ ਵੇਖੋ, ਬਾਹਰ ਬੋਰਡ ਲੱਗਾ, ਇਹ ਕੀ ਆ ਜੀ? ਦੀਵਾਨ ਟੋਡਰਮਲ ਦੀ ਹਵੇਲੀ ਆ ਜੀ। ਕਿੱਥੇ ਹੋਊਗੀ ਜੀ? ਹੋਰ 2 ਮੀਂਹ ਪੈ ਗਏ ਇਹ ਡੇ ਪੈਣੀ ਆ, ਕਿੱਥੇ ਹੋਊਗੀ ਹਵੇਲੀ? ਬਸ ਇਹੋ ਹੀ ਰਹਿ ਗਈ ਯਾਦਗਾਰ ਇਹੋ ਭਾਜੀ, ਠੀਕ ਹੈ ਨਹੀਂ? ਹੁਣ ਗਾੜੀਆਂ ਸਾਡੀਆਂ ਪੀੜ੍ਹੀਆਂ ਆਉਣਗੀਆਂ, ਸਾਡੀਆਂ ਪੀੜ੍ਹੀਆਂ ਮੈਨੂੰ ਲੱਗਦਾ ਆਉਣੀਆਂ ਹੀ ਨਹੀਂ ਆ। ਹੋਰ 2-4 ਸਾਲ ਉਹ ਜੇ ਡੇ ਪੈਣੀ ਸਾਨੂੰ ਵੇਖਣ ਨੂੰ ਨਹੀਂ ਮਿਲਣੀ। ਇਹਦਾ ਇੱਦਾਂ ਰਹਿ ਜਾਣੀ ਹੈ। ਕੀ ਸਾਂਭਣ ਦੀ ਲੋੜ ਆ ਤੁਹਾਡਾ ਕਹਿਣਾ? ਹਾਂਜੀ ਭਾਜੀ ਬਿਲਕੁਲ ਸਾਂਭਣ ਦੀ ਲੋੜ ਆ। ਕੋਈ ਵੀ ਗਾੜੀ ਸਰਕਾਰ ਬਣਦੀ ਆ, ਕੇਜਰੀਵਾਲ ਆ, ਕੋਈ ਵੀ, ਮੈਂ ਸਾਰਿਆਂ ਨੂੰ ਇਹੋ ਕਹਿਣਾ ਵੀ ਥੋੜ੍ਹਾ ਬਹੁਤਾ ਇਤਿਹਾਸ ਨੂੰ ਥੋੜ੍ਹਾ ਸਫਾਈ ਰੱਖੋ, ਗਾੜੀ ਆਉਣ ਵਾਲੀਆਂ ਪੀੜ੍ਹੀਆਂ ਜਿਹੜਾ ਇਹਨਾਂ ਨੂੰ ਦੇਖ ਸਕਣ। ਹਾਂਜੀ ਓਕੇ ਭਾਈ। ਜਿਹੜੀ ਹੈ ਕਿ ਜਹਾਜੀ ਹਵੇਲੀ ਆ ਜੇ ਕਿ ਡਿੱਗਣ ਦੇ ਕਿਨਾਰ 'ਤੇ ਖੜੀ ਆ, ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਤਿਹਾਸ ਆ ਸਾਡਾ ਇਤਿਹਾਸ ਨੂੰ ਜਿੱਥੇ ਕਿ ਸਾਂਭਣ ਦੀ ਲੋੜ ਆ, ਉੱਥੇ ਗੱਲਬਾਤ ਕਰਦੇ ਹਾਂ। ਅਸੀਂ ਹੋਰ ਗੱਲਬਾਤ ਵੀ ਕਰਦੇ ਹਾਂ। ਬੀਬੀਆਂ ਵੀ ਇੱਥੇ ਖੜੇ, ਤੁਸੀਂ ਦੇਖ ਸੰਗਤ ਬੜੀ ਦੂਰ ਤੋਂ ਆਈ ਹੈ ਤੇ ਦਰਸ਼ਨ ਕਰਨ ਲਈ, ਪਰ ਉਹਨਾਂ ਦੇ ਵਿੱਚ ਇਹ ਵੀ ਇੱਕ ਰੋਸ ਸੀ ਕਿ ਇਹ ਜਿਹੜੀ ਜਹਾਜੀ ਹਵੇਲੀ ਆ ਸਾਡਾ ਇਤਿਹਾਸ ਆ,
ਸਾਡਾ ਇਤਿਹਾਸ ਨੂੰ ਸਾਂਭਣ ਦੀ ਲੋੜ ਹੈ ਤੇ ਦੀਵਾਨ ਟੋਡਰਮਲ ਜੀ ਨੇ ਬਹੁਤ ਹੀ ਵੱਡੀ ਕੁਰਬਾਨੀ ਦੇ ਕੇ ਆਪਣਾ ਯੋਗਦਾਨ ਪਾਇਆ। ਕਰਦੇ ਸਾਡੇ ਨਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਭਾਜੀ ਤੁਹਾਡਾ? ਮਨਦੀਪ ਕੌਰ। ਮਨਦੀਪ ਭਾਜੀ, ਕਿੱਥੋਂ ਆਏ ਤੁਸੀਂ? ਅਸੀਂ ਵੀ ਅੰਮ੍ਰਿਤਸਰ ਤੋਂ ਆਏ ਜੀ। ਤੇ ਜਿਹੜੀ ਕਿ ਹਵੇਲੀ ਦੇ ਦਰਸ਼ਨ ਕੀਤੇ ਆ, ਕਿਵੇਂ ਕੀ ਲੱਗਿਆ ਤੁਹਾਨੂੰ? ਹਵੇਲੀ ਦੇ ਦਰਸ਼ਨ ਕਰਕੇ ਆਏ ਤੇ ਬਹੁਤ ਸਪੈਸ਼ਲ ਸੀ ਕਿ ਦਰਸ਼ਨ ਕਰਨ ਜਾਂਦੇ ਆ, ਪਰ ਇੱਥੇ ਆ ਕੇ ਮਨ ਖਰਾਬ ਹੋ ਗਿਆ ਕਿ ਕੀ ਰਹਿ ਕੀ ਗਿਆ ਆ ਇੱਥੇ। ਸਰਕਾਰਾਂ ਬੜੇ ਵੱਡੇ ਦਾਅਵੇ ਕਰਦੀਆਂ, ਅਸੀਂ ਇੱਦਾਂ ਕੀਤਾ, ਅਸੀਂ ਉੱਦਾਂ ਕੀਤਾ। ਜਿਹੜੀ ਚੀਜ਼ ਸਾਂਭਣ ਵਾਲੀ ਉਹਨਾਂ ਨੇ ਉਹ ਹੀ ਨਹੀਂ ਸਾਂਭੀ, ਹੈ ਨਾ ਜੀ। ਤੁਸੀਂ ਵੇਖੋ, ਛੋਟੇ ਸਾਹਿਬਜ਼ਾਦੇ ਹੀ ਉਹਨਾਂ ਨੇ ਸਾਡੇ ਲਈ ਕਿੰਨੀ ਵੱਡੀ ਸ਼ਹੀਦੀ ਦਿੱਤੀ ਆ। ਉਹ ਸ਼ਹੀਦ ਹੋਏ, ਉਹਨਾਂ ਦੇ ਸੰਸਕਾਰ ਲਈ ਗਿਆਨੀ ਟੋਡਰਮਲ ਜੀ ਨੇ ਮੋਹਰਾਂ ਦਿੱਤੀਆਂ, ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਲਾਤੀ ਉਹਨਾਂ ਨੇ, ਹੈ ਨਾ ਜੀ। ਅਤੇ ਤੁਸੀਂ ਇਹੋ ਵੇਖੋ ਕਿ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਡੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਲਾ ਦਿੱਤੀ, ਅਤੇ ਅੱਜ ਉਹਨਾਂ ਦੀ ਜਿਹੜੀ ਹਵੇਲੀ ਆ, ਉਹਨਾਂ ਦੀ ਹਵੇਲੀ ਦੇ ਵਿੱਚ ਰਹਿ ਕੀ ਗਿਆ? ਕੁਛ ਵੀ ਨਹੀਂ। ਅਸੀਂ ਆਏ ਹਾਂ, ਅੱਜ ਤੋਂ 10 ਸਾਲ ਬਾਅਦ ਅਸੀਂ ਇੱਥੇ ਆਵਾਂਗੇ। ਜਿਵੇਂ ਆ ਖੰਡਰ ਬਿਲਕੁਲ ਪਲੇਨ ਜਗ੍ਹਾ ਦਿਖਣ ਦੀ, ਇਹੋ ਹੀ ਹੋਊਗਾ। ਇੱਕ ਬਾਹਰ ਬੋਰਡ ਲੱਗਾ ਹੋਊਗਾ ਕਿ ਅੰਦਰ ਗਿਆਨੀ ਟੋਡਰਮਲ ਜੀ ਦੀ ਹਵੇਲੀ, ਔਰ ਕੁਛ ਨਹੀਂ ਰਹਿ ਜਾਣਾ ਇੱਥੇ। ਅਤੇ ਮੇਰੀ ਇਹੋ ਦਰਖਾਸਤ ਹੈ ਸਰਕਾਰ ਨੂੰ ਕਿ ਇਹਨੂੰ ਸਾਂਭੋ, ਕਿਉਂਕਿ ਅਸੀਂ ਆਏ ਹਾਂ ਅਤੇ ਸਾਡੇ ਬੱਚੇ ਵੀ ਆ ਕੇ ਵੇਖਣ। ਅਸੀਂ ਇਹ ਚਾਹੁੰਦੇ ਹਾਂ, ਹਾਂ, ਇਹਦੀ ਸੰਭਾਲ ਕਰੋ। ਜਿੱਥੇ ਕਿ ਸੰਗਤਾਂ ਦੇ ਵਿੱਚ, ਜਿੱਥੇ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ, ਇਹ ਹਵੇਲੀ ਹੈ ਜਿਹੜੀ ਕਿ ਇੱਥੇ ਸੰਗਤ ਆਉਂਦੀ ਆ, ਅਤੇ ਤੁਸੀਂ ਦੇਖ ਸਕਦੇ ਹੋ ਕਿ ਜਹਾਜੀ ਹਵੇਲੀ ਕਿਹਾ ਜਾਂਦਾ। ਤੁਹਾਨੂੰ ਅੰਦਰ ਵੀ ਦ੍ਰਿਸ਼ ਦਿਖਾਉਂਦੇ ਆ ਕਿ ਜਿਹੜੀ ਕਿ ਜਹਾਜੀ ਹਵੇਲੀ ਸੀ, ਇਹ ਦੀਵਾਨ ਟੋਡਰਮਲ ਜੀ ਇੱਥੇ ਰਹਿੰਦੇ ਸੀ। ਅਤੇ ਉਸ ਸਮੇਂ ਦੀ ਜਿਹੜੇ ਕਿ ਮੁਗਲ ਹਕੂਮਤ ਵੱਲੋਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਅਤੇ ਦੀਵਾਨ ਟੋਡਰਮਲ ਜੀ ਵੱਲੋਂ ਮੋਹਰਾਂ ਖੜੀਆਂ ਕਰਕੇ ਮੁਗਲ ਹਕੂਮਤ ਤੋਂ ਜ਼ਮੀਨ ਖਰੀਦ ਕੇ ਇਸ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ। ਅਤੇ ਦੀਵਾਨ ਟੋਡਰਮਲ ਜੀ ਦਾ ਜਿਹੜਾ ਕਿ ਇਤਿਹਾਸ ਸੈਣੀ ਪੰਨਿਆਂ ਦੇ ਵਿੱਚ ਲਿਖਿਆ, ਅਤੇ ਇਸ 'ਤੇ ਗੱਲ ਕਰਦੇ ਹਾਂ ਕਿ ਜਿਹੜੀ ਕਿ ਇਹ ਹਵੇਲੀ ਆ, ਇਹ ਗਿਰਨ ਦੇ ਕਿਨਾਰ ਆ। 1 ਕਰੋੜ 7 ਲੱਖ ਰੁਪਇਆ ਸੰਗਤ ਵੱਲੋਂ ਦੱਸਿਆ ਕਿ ਇੱਥੇ ਲੱਗਿਆ ਗਿਆ, ਸ਼੍ਰੋਮਣੀ ਕਮੇਟੀ ਵੱਲੋਂ ਲਾਇਆ ਗਿਆ। ਪਰੰਤੂ ਉਹਨਾਂ ਦੇ ਮਨ 'ਚ ਇਹ ਆ ਕਿ ਇਤਿਹਾਸ ਨਾਲ ਜਿਹੜੇ ਕਿ ਇਤਿਹਾਸ, ਪੁਰਾਣੇ ਇਤਿਹਾਸ ਨੂੰ ਸਾਂਭਣ ਦੀ ਲੋੜ ਹੈ, ਤਾਂ ਹੀ ਸਾਡੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਿਆ ਜਾਵੇਗਾ। ਸਾਡੇ ਨਾਲ ਇੱਥੇ ਦੇ ਖਾਲਸਾ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੱਲੋਂ ਕਈ ਉਪਰਾਲੇ ਕੀਤੇ ਗਏ ਸੀ ਇਸ ਹਵੇਲੀ ਦੀ ਜਿਹੜਾ ਕਿ ਨਵੀਨੀਕਰਨ ਕੀਤਾ ਜਾਵੇ, ਇਤਿਹਾਸ ਨੂੰ ਸਾਂਭਿਆ ਜਾਵੇ। ਉਹ ਲੰਬੇ ਸਮੇਂ ਤੋਂ ਇਸ ਹਵੇਲੀ ਦੀ ਸਾਂਭਣ ਦੇ ਅਤੇ ਸਰਕਾਰਾਂ ਤੱਕ ਗੱਲ ਪਹੁੰਚਾ ਰਹੇ ਨੇ ਕਿ ਇਸ ਹਵੇਲੀ ਨੂੰ ਸਾਂਭਿਆ ਜਾਵੇ। ਖਾਲਸਾ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਆ ਕਿ ਇਸ ਨੂੰ ਸਾਂਭਿਆ ਨਹੀਂ ਜਾ ਰਿਹਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਭੀ ਪੂਰਾ ਨਾਮ ਕੀ ਜੀ ਆਪਣਾ? ਦਾਸ ਸੁਰਿੰਦਰਪਾਲ ਸਿੰਘ ਖਾਲਸਾ। ਨੇਵੀ 'ਚੋਂ ਜੌਬ ਕਰਨ ਤੋਂ ਬਾਅਦ ਇੱਥੇ ਆ ਕੇ ਟੋਡਰਮਲ ਦੀ ਹਵੇਲੀ ਦੇ ਲਾਗੇ ਹੀ ਰਿਹਾਇਸ਼ ਬਣਾਈ ਹੈ। 2010 ਤੋਂ ਮੈਂ ਇਹੀ ਵੇਖਦਾ ਆ ਰਿਹਾ ਕਿ ਕਦੀ ਕੰਮ ਸ਼ੁਰੂ ਹੋ ਜਾਂਦਾ ਹੈ, ਕਦੀ ਕੰਮ ਬੰਦ ਹੋ ਜਾਂਦਾ ਹੈ। ਸਮਝ ਨਹੀਂ ਆ ਰਹੀ ਵੀ ਇਸ ਹਵੇਲੀ ਨੂੰ ਇੰਪੋਰਟੈਂਸ ਇੰਨੀ ਪੂਰੀ ਕਿਉਂ ਨਹੀਂ ਦਿੱਤੀ ਜਾ ਰਹੀ। ਤਾਂ ਮੇਰੀ ਬੇਨਤੀ ਇਹੀ ਹੈ, ਮੈਂ ਪਹਿਲਾਂ ਸਭ ਤੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਵੀ ਚਿੱਠੀ ਲਿਖੀ, ਕੋਈ ਗੱਲ ਨਹੀਂ ਬਣੀ। ਉਸ ਤੋਂ ਬਾਅਦ ਲੋਕਲ ਨਾਗਰਾ ਜੀ MLA, ਉਹਨਾਂ ਨੂੰ ਕਿਹਾ। ਉਸ ਤੋਂ ਬਾਅਦ ਮੈਨੇ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਕਿਹਾ, ਸੁਖਬੀਰ ਬਾਦਲ ਜੀ ਨੂੰ ਵੀ ਕਿਹਾ। ਹਾਂਜੀ, ਮੈਂ ਜਿਹੜੇ ਸੜਕ ਬਣਾਉਣ ਵਾਲੇ ਮੰਤਰੀ ਸੀਗੇ ਢਿੱਲੋਂ ਸਾਹਿਬ, ਉਹਨਾਂ ਨੂੰ ਵੀ ਕਿਹਾ। ਖਾਲਸਾ ਜੀ ਗੱਲ ਕਰਦੇ ਆ ਆਪਾਂ, ਮੈਂ ਤੁਹਾਡੀ ਗੱਲ ਕਰਦਾ ਇੱਕ ਵਾਰ। ਖਾਲਸਾ ਜੀ, ਜਿਵੇਂ ਕਿ ਜਦੋਂ ਮੱਕੜ ਸਾਹਿਬ ਇੱਥੇ ਦੇ ਪ੍ਰਧਾਨ ਹੁੰਦੇ ਸੀ, ਉਦੋਂ ਉਹਨਾਂ ਨੇ ਕਿਹਾ ਸੀ ਕਿ ਇਸ ਹਵੇਲੀ ਦਾ ਨਵੀਨੀਕਰਨ ਕੀਤਾ ਜਾਵੇਗਾ। ਉਸ ਤੋਂ ਬਾਅਦ ਕੀ ਹੋਇਆ ਫਿਰ? ਬਿਲਕੁਲ, ਮੱਕੜ ਸਾਹਿਬ ਨੇ ਕਿਹਾ ਸੀ ਬਈ ਕੰਮ ਜੰਗੀ ਪੱਧਰ ਤੇ ਕਰਾਂਗੇ, ਲੇਕਿਨ ਕੰਮ ਬਹੁਤ ਸਲੋ ਸਪੀਡ 'ਚ ਹੁੰਦਾ ਰਿਹਾ, ਵਿੱਚ ਦੀ ਫਿਰ ਬੰਦ ਹੋ ਗਿਆ। ਜਿਹੜੇ ਚੰਡੀਗੜ੍ਹ ਤੋਂ ਆਏ ਸੀਗੇ ਆਰਕੀਟੈਕਟ ਬੀਬੀ ਸੀ ਇੱਕ ਲੇਡੀ, ਉਹਨਾਂ ਨੂੰ 75 ਲੱਖ ਦਾ ਠੇਕਾ ਦਿੱਤਾ ਗਿਆ ਸੀ। ਉਹ ਵੀ ਕੰਮ ਵਿੱਚੇ ਛੱਡ ਕੇ ਚਲੀ ਗਈ। ਮੈਨੂੰ ਸਮਝ ਨਹੀਂ ਆਈ। ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਇਹ ਕੰਮ ਤੁਸੀਂ ਜਲਦੀ ਕਰ ਦਿਓ। ਉਹ ਕਹਿੰਦੀ ਸਾਡੀ ਪੇਮੈਂਟ ਨਹੀਂ ਹੋ ਰਹੀ। ਸੋ ਇਸ ਤਰ੍ਹਾਂ ਦੇ ਕੁਝ ਕਾਰਨ ਸੀ ਜੋ ਕੰਮ ਇਹ ਬਾਰ-ਬਾਰ ਰੁਕਦਾ ਰਿਹਾ। ਉਸ ਤੋਂ ਬਾਅਦ ਗੁਲਜ਼ਾਰ ਸਿੰਘ ਬਾਬਾ ਜੀ ਨੂੰ ਕੰਮ ਦਿੱਤਾ ਗਿਆ, ਕਾਰਸੇ ਵਾਲੇ ਬਾਬਾ ਜੀ ਨੂੰ, ਉਹ ਵੀ ਵਿੱਚੇ ਛੱਡ ਕੇ ਚਲੇ ਗਏ। ਥੋੜ੍ਹੀ ਜਿਹੀ ਅੱਗੇ ਬਿਲਡਿੰਗ ਬਣਾਈ ਸੀ, ਥੋੜ੍ਹੀ ਜਿਹੀ ਨੀਹਾਂ ਵੀ ਬਣ ਗਈਆਂ, ਸਭ ਕੁਝ ਬਣ ਗਿਆ ਸੀ, ਨਕਸ਼ਾ ਬਣ ਗਿਆ ਸੀ, ਫਿਰ ਵਿੱਚ ਸਮਝ ਨਹੀਂ ਆਈ ਕੀ ਰੌਲਾ ਪੈ ਗਿਆ, ਉਹ ਵੀ ਵਿੱਚੇ ਛੱਡ ਕੇ ਚਲੇ ਗਏ। ਹੁਣ ਗੁਰਦਾਸਪੁਰ ਤੋਂ ਇੱਕ ਭਾਈ ਸਾਹਿਬ ਆਏ ਸੀ, ਡਾਕਟਰ ਸਾਹਿਬ ਰਿਟਾਇਰਡ, ਉਹਨਾਂ ਨੇ 26 ਤਰੀਕ ਜੋੜ ਮੇਲੇ ਵਾਲੇ ਦਿਨ ਸ਼ੁਰੂ ਕੀਤੀ ਸੀ ਸੇਵਾ। 5 ਦਿਨ ਬਾਅਦ ਉਹਨਾਂ ਦੀ ਵੀ ਸੇਵਾ ਰੋਕ ਦਿੱਤੀ ਗਈ। ਸੋ ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਵੀ ਇਹ ਸੇਵਾ ਕਰਨ ਕਿਉਂ ਨਹੀਂ ਦਿੱਤੀ ਜਾ ਰਹੀ। ਜਦ ਸੰਗਤ ਆਪ ਕਰਨਾ ਚਾਹੁੰਦੀ ਹੈ ਤਾਂ ਕਰਨ ਦਿਓ ਤੁਸੀਂ। ਹਾਂ, ਜੇ ਉਹ ਗਲਤ ਕਰਦੇ ਆ ਤਾਂ ਉਹਨਾਂ ਨੂੰ ਦੱਸੋ ਭਾਈ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ।
ਚਾਹੇ ਸਰਕਾਰ ਹੈ ਚਾਹੇ ਐਸਜੀਪੀਸੀ ਹੈ, ਜੋ ਵੀ ਇਹਨਾਂ- ਕੀ ਮੰਗ ਕਰਦੇ ਹੋ ਤੁਸੀਂ ਜੇ ਗੱਲ ਕਰੀਏ? ਮੈਂ ਤਾਂ ਇਹੀ ਮੰਗ ਕਰਦਾ ਕਿ ਮੇਰੀ ਤਾਂ ਦਿਲੀ ਇੱਛਾ ਹੈ ਵੀ ਮੇਰੇ ਜਿਉਂਦੇ ਜੀ ਬਣ ਜੇ ਤਾਂ ਮੈਨੂੰ ਖੁਸ਼ੀ ਹੋਏਗੀ, ਕਿਉਂਕਿ ਸੰਗਤਾਂ ਬਹੁਤ ਬੇਬਲ ਹੁੰਦੀਆਂ ਨੇ। ਮੈਂ ਇੱਥੇ ਬਾਰ-ਬਾਰ ਵੇਖਦਾ, ਜਿੱਥੋਂ ਵੀ ਸੰਗਤ ਆਉਂਦੀ ਹੈ ਉਹ ਇਹੀ ਕਹਿ ਕੇ ਜਾਂਦੀ ਹੈ ਜੀ ਕੀ ਗੱਲ ਹੈ, ਇਹ ਇੰਨੀ ਹਾਲਤ ਸੁਧਰ ਕਿਉਂ ਨਹੀਂ ਰਹੀ ਇਸ ਹਵੇਲੀ ਦੀ। ਸੋ ਮੈਂ ਤਾਂ ਇਹੀ ਕਹਿਣਾ ਬਈ 1 ਕਰੋੜ 7 ਲੱਖ ਪੰਜੋਲੀ ਸਾਹਿਬ ਨੇ ਕਿਹਾ ਵੀ ਅਸੀਂ ਸਾਡੀ ਗੋਲਕ ਵਿੱਚੋਂ ਲਗਾ ਚੁੱਕੇ ਹਾਂ, ਤਾਂ ਬਣ ਜਾਣੀ ਚਾਹੀਦੀ ਸੀ ਇੰਨੇ ਪੈਸੇ ਦੇ ਵਿੱਚ। ਤਾਂ ਆਪਾਂ ਨੇ ਲਾਉਣਾ ਕੀ ਹੈ, ਸਿਰਫ ਇੱਕ ਸਰਹੰਦੀ ਇੱਟਾਂ ਤੇ ਚੂਨਾ, ਹੋਰ ਜ਼ਿਆਦਾ ਖਰਚਾ ਤਾਂ ਹੈ ਹੀ ਨਹੀਂ ਇਹਦੇ ਵਿੱਚ। ਸੋ ਮੇਰੀ ਬਾਰ-ਬਾਰ ਬੇਨਤੀ ਹੈ ਵੀ ਐਸਜੀਪੀਸੀ ਵਾਲੇ ਆਪਣੇ ਜੋ ਵੀ ਮੈਂਬਰ ਹਨ, ਜੋ ਵੀ ਸੇਵਾਦਾਰ ਹਨ, ਦਿਲੋਂ ਸੇਵਾ ਕਰੋ ਤੇ ਸੰਗਤ ਨੂੰ ਨਾਲ ਲੈ ਕੇ ਸੇਵਾ ਕਰੋ, ਸਰਕਾਰ ਦੀ ਵੀ ਮਦਦ ਲਓ। ਸੋ ਇਹ ਕੰਮ ਹੋਣਾ ਚਾਹੀਦਾ। ਹੁਣ ਲਾਸਟਲੀ 13 ਤਰੀਕ ਨੂੰ ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕਾ ਕਿ ਬਈ ਤੁਸੀਂ ਕੁਝ ਕਰ ਦਿਓ। ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਵਾਸਤੇ, ਪੰਜਾਬ ਵਾਸਤੇ ਬਹੁਤ ਕੁਝ ਕਰਨਾ ਚਾਹੁੰਦਾ ਹੈਗਾ, ਪਰ ਪਤਾ ਨਹੀਂ ਉਹ ਚਿੱਠੀ ਉਹਨਾਂ ਨੇ ਪੜ੍ਹੀ ਕਿ ਨਹੀਂ ਪੜ੍ਹੀ, ਸਮਝ ਨਹੀਂ ਆ ਰਹੀ। ਮੈਂ ਇਹ ਸਨ ਸੁਰਿੰਦਰ ਸਿੰਘ ਖਾਲਸਾ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਮੰਗ ਕੀਤੀ ਹੈ ਕਿ ਇਸ ਹਵੇਲੀ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਇਤਿਹਾਸ ਨਾਲ ਜੋੜਿਆ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਹਵੇਲੀ ਹੈ ਇੱਥੇ ਇਹ ਦੀਵਾਨ ਟੋਡਰਮਲ ਜੀ ਦੀ ਹਵੇਲੀ ਹੈ ਤੇ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਸਿੱਖਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਸ ਹਵੇਲੀ ਦਾ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਜਿਹੜੀ ਨਵੀਂ ਪੀੜ੍ਹੀ ਹੈ, ਸਾਡੀ ਆਉਣ ਵਾਲੀ ਪੀੜ੍ਹੀ ਆ, ਉਹਨੂੰ ਇਤਿਹਾਸ ਨਾਲ ਜੋੜਿਆ ਜਾ ਸਕੇ ਤੇ ਇਤਿਹਾਸ ਦੇ ਪੰਨਿਆਂ ਤੇ ਜਿਹੜਾ ਕਿ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਕੇ ਸਿੱਖੀ ਨਾਲ ਜੋੜਿਆ ਜਾਵੇ। ਤੇ ਇਹ ਉਹ ਹਵੇਲੀ ਆ ਦੀਵਾਨ ਟੋਡਰਮਲ ਦੀ, ਜਿਨ੍ਹਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁਗਲ ਹਕੂਮਤ ਤੋਂ ਜ਼ਮੀਨ ਖਰੀਦੀ ਗਈ ਸੀ। ਸਕਰੋਲ ਪੰਜਾਬ ਟੀਵੀ ਤੋਂ ਫਤਿਹਗੜ੍ਹ ਸਾਹਿਬ ਤੋਂ ਰਜਿੰਦਰ ਸਿੰਘ ਭਾਟ ਦੀ ਵਿਸ਼ੇਸ਼ ਰਿਪੋਰਟ।